ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਸਜੋਤ ਵਲੋਗਸ ਦੇ ਵਿੱਚ। ਮੈਂ ਜਸ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਵਲੋਗ ਲੈ ਕੇ ਜੋਤ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋਹਣੇ ਪਿੰਡ ਪੰਜਾਬ ਦੇ, ਇੱਕ ਪੰਜਾਬ ਦਾ ਇਤਿਹਾਸਿਕ ਪਿੰਡ ਜਿੱਥੇ ਰਹੱਸਮਈ ਗੁਫਾਵਾਂ ਹਨ। ਰਹੱਸਮਈ ਗੁਫਾਵਾਂ ਤੁਹਾਨੂੰ ਦਿਖਾਵਾਂਗੇ, ਉਹਨਾਂ ਬਾਰੇ ਦੱਸਾਂਗੇ, ਉਸ ਪਿੰਡ ਬਾਰੇ ਜਾਣਕਾਰੀ ਦੇਵਾਂਗੇ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਪਿੰਡ ਹੈ ਅਤੇ ਮੁਗਲਾਂ ਦਾ ਵੀ ਉੱਥੇ ਸੀ ਤੇ ਵਪਾਰਕ ਕੇਂਦਰ ਸੀਗਾ, ਕਾਫੀ ਫੇਮਸ ਪੁਰਾਣਾ ਮੁਗਲਾਂ ਦੇ ਟਾਈਮ ਦਾ ਵਪਾਰਕ ਕੇਂਦਰ ਸੀ। ਤੇ ਵਲੌਗ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਅਗਲੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਦੀ। ਤੋਂ ਬਣੇ ਰਹੋ ਤੇ ਸਾਨੂੰ ਇੰਨੇ ਪਿਆਰ ਦਿੰਦੇ ਰਹੋ। ਹੁਣ ਵਲੌਗ ਸ਼ੁਰੂ ਕਰਦੇ ਆ, ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਆ, ਜਾਣਕਾਰੀ ਦਿੰਦੇ ਆ। ਆਓ। ਫਤਿਆਬਾਦ ਦੀ ਦੂਰੀ ਗੋਇੰਦਵਾਲ ਸਾਹਿਬ ਤੋਂ 4 ਕਿਲੋਮੀਟਰ ਅਤੇ ਤਰਨਤਾਰਨ ਤੋਂ 19 ਕਿਲੋਮੀਟਰ ਹੈ। ਫਤਿਆਬਾਦ ਉਹੀ ਪਿੰਡ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਦੇ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਇਸੇ ਹੀ ਪਿੰਡ ਵਿੱਚੋਂ ਕਰਵਾਈ ਸੀ। ਹਾਂਜੀ, ਸਾਰਿਆਂ ਨੂੰ ਪਹਿਲਾਂ ਅਸੀਂ ਸ਼ੁਰੂ ਕਰ ਰਹੇ ਹਾਂ ਫਤਿਆਬਾਦ ਦਾ ਜੋ ਸਾਡਾ ਵਲੋਗ ਆ। ਇੱਥੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਗੁਰੂ ਨਾਨਕ ਪੜਾਓ ਸਾਹਿਬ ਫਤਿਆਬਾਦ। ਇਹ ਪਾਵਨ ਸਥਾਨ ਨੂੰ ਸਿੱਖ ਧਰਮ ਦੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸਤਿਗੁਰ ਜੀ ਲੋਕਾਈ ਨੂੰ ਤਾਰਨ ਵਾਸਤੇ ਪਹਿਲੀ ਉਦਾਸੀ 1501 ਵਿੱਚ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਆਪਣੇ ਬਚਪਨ ਦੇ ਸਾਥੀ ਭਾਈ ਮਰਦਾਨੇ ਨਾਲ ਗੋਇੰਦਵਾਲ ਤੋਂ ਹੁੰਦੇ ਹੋਏ ਇਸ ਪਾਵਨ ਸਥਾਨ ਤੇ ਚਰਨ ਪਾਏ ਸਨ ਅਤੇ ਸ਼ਬਦ ਦਾ ਵੀ ਉਚਾਰਨ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਇਸ ਥਾਂ ਤੇ ਸ਼ਬਦ ਦਾ ਉਚਾਰਨ ਕੀਤਾ ਸੀ। ਉਸ ਸ਼ਬਦ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਹਾਂਜੀ, ਗੁਰੂ ਸਾਹਿਬ ਨੇ ਇੱਥੇ ਰਚਨਾ ਕੀਤੀ ਸੀ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ। ਬਲਿਹਾਰ ਹੋ ਗਏ ਕੁਦਰਤ ਤੋਂ। ਕੁਦਰਤ, ਉਸ ਕੁਦਰਤ ਦੇ ਕਣ ਕਣ ਵਿੱਚ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਹਰੇਕ ਕਣ ਦੇ ਵਿੱਚ ਵਸਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੈਂ ਉਸ ਕੁਦਰਤ ਤੋਂ ਬਲਿਹਾਰ ਜਾਨਾ ਹਾਂ, ਤੇਰਾ ਅੰਤ ਨਾ ਜਾਈ ਲਿਖਿਆ, ਕਿ ਉਸ ਦਾ ਅੰਤ ਲਿਖਿਆ ਨਹੀਂ ਜਾ ਸਕਦਾ। ਬੇਅੰਤ ਹੈ ਉਹ ਪਾਤਸ਼ਾਹ, ਸੱਚੇ ਪਾਤਸ਼ਾਹ ਬੇਅੰਤ ਹੈ ਪਰਮਾਤਮਾ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ। ਸੋ ਇਹ ਹੈ ਸਾਡਾ ਫਤਿਆਬਾਦ ਦਾ ਵਲੋਗ। ਹੁਣ ਅਸੀਂ ਜੋ ਤੁਹਾਡੇ ਨਾਲ ਗੱਲ ਕੀਤੀ ਸੀ ਗੁਫਾਵਾਂ ਦੀ, ਰਹੱਸਮਈ ਗੁਫਾਵਾਂ, ਉਹ ਵੀ ਅਸੀਂ ਦੇਖਣ ਜਾਵਾਂਗੇ। ਅਤੇ ਬੰਦ ਦਰਵਾਜ਼ੇ ਤੋਂ ਦਰਵਾਜ਼ੇ ਇੱਥੇ ਮੇਨ ਫੇਮਸ ਹਨ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਆਓ ਚੱਲਦੇ ਹਾਂ। ਹਾਂਜੀ, ਇਹ ਹੈ ਜੀ ਦਰਵਾਜ਼ਾ ਸਰਾਏ ਗੇਟ, ਫਤਿਆਬਾਦ ਦਾ ਪ੍ਰਸਿੱਧ ਗੇਟ। ਇਸ ਗੇਟ ਤੋਂ ਹੀ ਰਸਤਾ ਨਿਕਲਦਾ ਸੀ ਲਾਹੌਰ ਤੋਂ ਦਿੱਲੀ ਮਾਰਗ ਦਾ। ਇਹ ਗੇਟ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀ। ਵਪਾਰਕ ਕੇਂਦਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹੁਣ ਤੁਹਾਨੂੰ ਫਤਿਆਬਾਦ ਦੇ ਬਾਰੇ ਦੱਸਦੇ ਹਾਂ, ਇਸ ਦਾ ਨਾਮ ਫਤਿਆਬਾਦ ਕਿਵੇਂ ਹੋਇਆ। 1755 ਦੇ ਵਿੱਚ ਭਾਗ ਸਿੰਘ ਨੇ ਬੇਗ ਖਾਂ ਨੂੰ ਹਰਾ ਕੇ, ਭਾਗ ਸਿੰਘ ਆਲੂ ਵਾਲੀਆਂ ਮਿਸਲ ਨਾਲ ਸੰਬੰਧਿਤ ਸੀ, ਉਸਨੇ ਬੇਗ ਖਾਂ ਨੂੰ ਹਰਾ ਕੇ ਇਸ ਪਿੰਡ ਨੂੰ ਦੁਬਾਰਾ ਆਬਾਦ ਕੀਤਾ, ਤਾਂ ਹੀ ਇਸ ਦਾ ਨਾਮ ਫਤਿਆਬਾਦ ਰੱਖਿਆ ਗਿਆ। ਬਹੁਤ ਹੀ ਪਿੰਡ ਪੁਰਾਣਾ ਹੈ, ਤੁਸੀਂ ਇਸ ਦਾ ਵਿਊ ਦੇਖ ਸਕਦੇ ਹਾਂ ਆਲੇ ਦੁਆਲੇ। ਬਹੁਤ ਪੁਰਾਣੇ ਘਰ ਵੀ ਹੈ, ਪੁਰਾਣੀਆਂ ਇੱਟਾਂ ਦੇ ਬਣੇ ਹੋਏ ਵੀ ਘਰ ਹੈ। ਹੁਣ ਕਾਫੀ ਡਿਵੈਲਪ ਹੋ ਚੁੱਕਾ ਹੈ। ਇਹ ਘਰ ਦੀ ਭਰਤੀ ਪੈ ਕੇ ਹੁਣ ਉੱਚਾ ਹੋ ਚੁੱਕਾ ਹੈ। ਜੋ ਅਸਲੀ ਪੁਰਾਣਾ ਪਿੰਡ ਸੀਗਾ ਕੱਚੀਆਂ ਇੱਟਾਂ ਦਾ, ਉਹ ਹੱਲੇ ਵੀ ਉਸ ਬੇਸ ਦੇ ਥੱਲੇ, ਮਿੱਟੀ ਦੇ ਥੱਲੇ ਹੱਲੇ ਵੀ ਕਿਤੇ ਨਾ ਕਿਤੇ ਕਈਆਂ ਦੇ ਘਰਾਂ ਦੇ ਵਿੱਚ ਉਹ ਆਬਾਦ ਹੈ। ਦਰਵਾਜ਼ਿਆਂ ਦੀ ਸੰਭਾਲ ਸੈਂਟਰ ਗੌਰਮੈਂਟ ਦਾ ਜਿਹੜਾ ਪੁਰਾਤਤ ਵਿਭਾਗ ਹੁੰਦਾ ਹੈ, ਉਹਨੇ ਸੰਭਾਲ ਕੀਤੀ ਹੋਈ ਹੈ। ਦਰਵਾਜ਼ੇ ਅਸੀਂ ਤੁਹਾਨੂੰ ਦਿਖਾਵਾਂਗੇ। ਅਸੀਂ ਜੋ ਦਿਖਾਉਣ ਆਏ ਹਾਂ ਰਹੱਸਮਈ ਗੁਫਾਵਾਂ, ਜੋ ਗੁਫਾਵਾਂ ਕੇਜ ਜਿਹਨੂੰ ਕਹਿੰਦੇ ਆ, ਉਹ ਵੀ ਦਿਖਾਵਾਂਗੇ। ਉਹ ਲੋਕਾਂ ਦੇ ਘਰਾਂ ਵਿੱਚ ਮੌਜੂਦ ਹੈ। ਜੋ ਇੱਥੇ ਪਿੰਡ ਦੇ ਵਸਨੀਕ ਹਨ, ਉਹਨਾਂ ਦੇ ਘਰਾਂ ਵਿੱਚ ਗੁਫਾਵਾਂ ਹਨ। ਅਸੀਂ ਉਹ ਗੁਫਾਵਾਂ ਵਿੱਚ ਜਾਵਾਂਗੇ, ਜਿੱਥੇ ਤੱਕ ਹੋ ਸਕਿਆ ਗੁਫਾਵਾਂ ਦੇ ਅੰਦਰ ਜਾ ਕੇ ਤੁਹਾਨੂੰ ਉਸ ਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ। ਬਣੇ ਰਹੋ ਸਾਡੇ ਨਾਲ। ਅਤੇ ਇੱਥੇ ਇੱਕ ਬਹੁਤ ਹੀ ਪ੍ਰਾਚੀਨ ਮਸਜਿਦ ਵੀ ਹੈ, ਸ਼ਿਵ ਮੰਦਿਰ ਵੀ, ਕ੍ਰਿਸ਼ਨ ਮੰਦਿਰ ਵੀ ਹੈ, ਉਸ ਦੇ ਬਾਰੇ ਵੀ ਤੁਹਾਨੂੰ ਅਸੀਂ ਵਿਊ ਕਰਾਵਾਂਗੇ। ਹਾਂਜੀ, ਅਸੀਂ ਆ ਗਏ ਹਾਂ ਸਰਾਂ ਦੇਖਣ। ਇਹ ਫਤਿਆਬਾਦ ਦੇ ਵਿੱਚ ਹੈ, ਕੁਝ ਕੁ ਪਿੰਡ ਘਰਾਂ ਦੇ ਵਿੱਚ ਇਹ ਸਰਾਂ ਬਣੀ ਹੋਈ ਆ। ਆਓ ਦੇਖਦੇ ਹਾਂ ਜਾ ਕੇ।
ਸਰਾਂ ਇਹਨੂੰ ਕੇਜ ਵੀ ਕਹਿ ਲੈਂਦੇ ਆ, ਗੁਫਾਵਾਂ ਵੀ ਕਹਿ ਲੈਂਦੇ ਆ। ਪੁਰਾਣੇ ਟਾਈਮ ਦੇ ਵਿੱਚ ਬਣੀਆਂ ਹੋਈਆਂ ਸਨ। ਦੇਖੋ ਮਿੱਟੀ ਦੀ ਖੁਸ਼ਬੂ ਵੀ ਪੁਰਾਣੀ ਆ, ਬਿਲਕੁਲ ਪੁਰਾਣੇ ਸਾਲ ਦਾ ਦਰਵਾਜ਼ਾ ਦੇਖੋ ਬਣਿਆ ਹੋਇਆ ਵਾ। ਹੁਣੇ ਭਰਤੀ ਪੈ ਚੁੱਕੀ ਆ ਤਾਂ ਥੋੜਾ ਉੱਚੇ ਹੋ ਗਿਆ ਵਾ ਤੇ ਕਾਫੀ ਨੀਵਾਂ ਹੋ ਗਿਆ ਵਾ। ਤੁਸੀਂ ਦੇਖੋ ਆ ਪੁਰਾਣੇ ਟਾਈਮ ਦੀ ਬਿਲਕੁਲ ਬਹੁਤ ਹੀ ਵਧੀਆ ਤੇ ਠੰਡਕ ਇੰਨੀ ਆ, ਏਸੀ ਦੀ ਕੋਈ ਲੋੜ ਨਹੀਂ ਇੱਥੇ। ਤੇ ਇਹ ਰਸਤਾ ਇਹਨਾਂ ਨੇ ਬਣਾਏ ਹੋਏ ਸੀ ਇੱਥੋਂ। ਜੇ ਗੱਲ ਕੀਤੀ ਜਾਵੇ ਪਹਿਲੇ ਟਾਈਮ ਦੀ ਤਾਂ ਘੋੜੇ ਹਾਥੀ, ਉਦੋਂ ਰਾਹ ਇੰਨਾ ਵਧੀਆ ਖੁੱਲ੍ਹਾ ਹੁੰਦਾ ਸੀ ਕਿ ਘੋੜੇ ਹਾਥੀ ਇਹਦੇ ਵਿੱਚੋਂ ਦੀ ਲੰਘ ਜਾਂਦੇ ਸਨ ਤੇ ਇੱਥੋਂ ਵਪਾਰ ਕਰਨ ਲਈ ਰਸਤਾ ਅੰਡਰਗਰਾਉਂਡ ਵੀ ਨਿਕਲਦਾ ਸੀ। ਤੇ ਇਦਾਂ ਦੀਆਂ ਸਰਾਵਾਂ ਤੁਹਾਨੂੰ ਫਤਿਆਬਾਦ ਦੇ ਵਿੱਚ, ਬਾਕੀ ਪਿੰਡ ਦੇ ਵਿੱਚ ਕਈ ਘਰਾਂ ਦੇ ਵਿੱਚ ਮਿਲ ਜਾਣਗੀਆਂ। ਤੇ ਅਸੀਂ ਟਰਾਈ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਹੋਰ ਘਰਾਂ ਦੇ ਵਿੱਚ ਜਾ ਕੇ ਤੁਹਾਨੂੰ ਦਿਖਾਇਆ ਜਾ ਸਕੇ ਜੋ ਰਹੱਸਮਈ ਗੁਫਾਵਾਂ। ਪੰਜਾਬ ਦੇ ਵਿੱਚ ਇਹਨਾਂ ਨੂੰ ਸਰਾਂ ਵੀ ਕਹਿ ਲੈਂਦੇ ਆ, ਇੰਗਲਿਸ਼ ਦੇ ਵਿੱਚ ਕੇਜ ਵੀ ਕਹਿ ਲੈਂਦੇ ਆ। ਬਣੀ ਦੇਖੋ ਠੰਡਕ ਇੰਨੀ ਆ, ਮਤਲਬ ਗਰਮੀ ਇੱਥੇ ਕੋਈ ਫੀਲ ਨਹੀਂ ਹੋ ਰਹੀ। ਕੰਧ ਨੂੰ ਤੁਸੀਂ ਹੱਥ ਲਾ ਕੇ ਦੇਖੋਗੇ ਤਾਂ ਇੱਕ ਬਹੁਤ ਹੀ ਪਿਆਰੀ ਠੰਡਕ ਫੀਲ ਹੋ ਰਹੀ ਆ। ਬਹੁਤ ਵਧੀਆ ਇੰਟੀਰੀਅਰ, ਬਹੁਤ ਵਧੀਆ ਬਣਾਇਆ। ਦੇਖੋ ਪੁਰਾਣੇ ਆ, ਹੁਣ ਤਾਂ ਇਹ ਕੰਧਾਂ ਦਿਸ ਨਹੀਂ ਰਹੀਆਂ, ਪੇਂਟ ਕੀਤਾ ਹੋਇਆ ਵਾ। ਤੇ ਫਿਰ ਵੀ ਚਲੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਜਿਨ੍ਹਾਂ ਨੇ ਘਰ ਆ, ਉਹਨਾਂ ਨੇ ਹੱਲੇ ਵੀ ਕੁਛ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਵਾ। ਵਧੀਆ, ਸਾਨੂੰ ਇੱਦਾਂ ਹੀ ਪੁਰਾਣੀਆਂ ਚੀਜ਼ਾਂ ਪੰਜਾਬ ਦੀਆਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਜੋ ਪੁਰਾਣੇ ਟਾਈਮ ਤੇ ਬਣੀਆਂ ਹੋਈਆਂ ਵਾ। ਆਓ ਚੱਲਦੇ ਹਾਂ, ਹੋਰ ਵੀ ਦਿਖਾਵਾਂਗੇ। ਸਾਡੇ ਨਾਲ ਬੱਚੇ ਵੀ ਬਹੁਤ ਹੀ ਐਕਸਾਈਟਡ ਹਨ ਦੇਖਣ ਦੇ ਲਈ ਕੀ ਗੁਫਾਵਾਂ ਦੀ ਸੱਚਾਈ ਹੈ, ਕੀ ਸੁਰੰਗ ਹੈ। ਦੇਖੋ ਸਾਰੇ ਕਰ ਰਹੇ ਆ, ਇੰਟਰਸਟਡ ਆ, ਕੋਈ ਡਰ ਨਹੀਂ ਰਿਹਾ। ਫੇਰ ਵੀ ਇਹਨਾਂ ਨੂੰ ਸ਼ੌਕ ਆ ਕਿ ਹਾਂ, ਕਿਉਰਿਓਸਿਟੀ ਦੇਖੋ ਬੱਚਿਆਂ ਦੇ ਵਿੱਚ ਕਿੰਨੀ ਆ ਕਿ ਅਸੀਂ ਦੇਖਣਾ ਵਾ। ਦੈਟਸ ਗੁੱਡ ਕਿ ਬੱਚਿਆਂ ਦੀ ਅੱਜ ਇਹ ਉਹ ਦਰਵਾਜ਼ਾ, ਇਹ ਉਹ ਜਗ੍ਹਾ ਵਾ ਜਿੱਥੋਂ ਦਰਵਾਜ਼ਾ ਸੀਗਾ ਪਰ ਹੁਣ ਬੰਦ ਕਰ ਦਿੱਤਾ ਗਿਆ ਹੈ। ਤੇ ਆਪਾਂ ਨਾਲ ਦੇ ਘਰ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨਾਲ ਕੰਟੈਕਟ ਕਰਕੇ ਆਪਾਂ ਉਹਨਾਂ ਦੇ ਵੀ ਘਰ ਜਾ ਕੇ ਦੇਖੀਏ ਕਿ ਕੀ ਰਸਤਾ ਵਾ, ਕੀ ਸੁਰੰਗ ਸੀ, ਕਿੱਦਾਂ ਜਾਂਦੇ ਸੀਗੇ। ਇਹ ਨਾ ਜਿੱਦਾਂ ਸੁਰੰਗਾਂ ਸੀਗੀਆਂ, ਰਸਤੇ ਸੀਗੇ ਤੇ ਹੁਣ ਇਹਨਾਂ ਨੇ ਜਿੱਦਾਂ ਸਾਰੇ ਘਰਾਂ ਦੇ ਥੱਲੋਂ ਹੀ ਨਿਕਲਦੇ ਸੀਗੇ ਰਸਤੇ। ਤੇ ਪਰ ਹੁਣ ਜਿੱਦਾਂ ਘਰ ਇਹਨਾਂ ਨੇ ਸਾਰਿਆਂ ਨੇ ਬਣਾ ਲਏ ਆਪਣੇ, ਤਾਂ ਫਿਰ ਜਿਹੜੇ ਰਸਤੇ ਆ ਉਹ ਬੰਦ ਕਰ ਦਿੱਤੇ। ਹੁਣ ਕੰਧਾਂ ਵਿੱਚ ਆ ਦੇਖੋ ਕਰ ਕਰਕੇ ਪਾਰਟੀਸ਼ਨ, ਤੇ ਸਭ ਨੇ ਆਪਣੇ ਆਪਣੇ ਬੰਦ ਕਰਕੇ ਤੇ ਰੂਮ ਟਾਈਪ ਬਣਾ ਲਏ ਆ ਸਾਰੇ। ਇਹ ਸ਼ੇਰਸ਼ਾਹ ਸੂਰੀ ਨਾ ਉਹਨਾਂ ਦੇ ਹੈਗੇ ਪੂਜਾ ਵਾਸਤੇ ਸੀਗੇ। ਤੇ ਇਹ ਸਾਰੇ ਲੈਣ ਦੀ ਲੈਣ ਹੋਏ ਔਰੰਗਾਬਾਦ ਤੱਕ ਜਾਂਦੀ ਪਈ ਹੈ। ਉਹਨਾਂ ਦੀਆਂ ਫੌਜਾਂ ਇੱਥੋਂ ਜਾਂਦੀਆਂ ਸੀ, ਇੱਥੇ ਪਿੱਛੇ ਵਿੱਚ ਥੱਲੇ ਥੱਲੇ ਜਾਂਦੀਆਂ ਸੀ। ਜੋ ਰਾਣੀਆਂ ਵੀ ਉਹਨਾਂ ਦੀਆਂ, ਜੋ ਵੀ ਸਾਰਾ ਕੁਝ ਇੱਥੋਂ ਹੀ ਜਾਂਦਾ ਸੀ। ਇਹ ਉਹਨਾਂ ਦਾ ਇਤਿਹਾਸ ਹੈ। ਅੱਛਾ, ਤੁਸੀਂ ਰੈਨੋਵੇਟ ਕਰ ਲਿਆ ਹੁਣ ਇਹਨੂੰ? ਹਾਂਜੀ, ਅਸੀਂ ਇਹ 6 ਸੀਗੇ, 6 ਨੂੰ ਅਸੀਂ ਢਾਹ ਕੇ ਤੇ ਅਸੀਂ ਆਪਣਾ ਬਿਸਤਰ ਬਣਾ ਲਿਆ। ਹਾਂਜੀ, ਡਾਟਾਂ ਵਾਲੇ ਸੀਗੇ, ਜਿਵੇਂ ਤੁਸੀਂ ਇੱਧਰ ਵੇਖ ਕੇ ਆਏ ਨਾ ਬਣੀਆਂ, ਉਵੇਂ ਹੀ ਸੀਗੇ ਡਾਟਾਂ ਵਾਲੇ। ਤੇ ਫਿਰ ਅਸੀਂ ਢਾਹ ਕੇ ਤੇ ਚਲੋ ਅਸੀਂ ਵੱਡਾ ਬਣਾ ਲਿਆ। 6 ਦਰਵਾਜ਼ੇ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਇੱਥੋਂ ਸ਼ੇਰਸ਼ਾਹ ਸੂਰੀ ਦੀਆਂ ਜਦੋਂ ਫੌਜਾਂ ਲੰਘਦੀਆਂ ਸੀ ਤਾਂ ਇੱਧਰ ਜਿੱਥੇ ਆਪਾਂ ਪਹਿਲੇ ਘਰ ਗਏ ਸੀਗੇ ਉੱਥੋਂ ਸੁਰੰਗ ਸੀਗੀ, ਜਾਣ ਦਾ ਰਸਤਾ ਸੀਗਾ ਤੇ ਇੱਧਰੋਂ ਦੀ ਹੀ ਉਹ ਫੌਜਾਂ ਨਿਕਲ ਜਾਂਦੀਆਂ ਸੀ ਰਸਤੇ ਰਾਹੀਂ। ਤੇ ਇੱਥੋਂ 6 ਦਰਵਾਜ਼ੇ ਸੀਗੇ, 6 ਦਰਵਾਜ਼ਿਆਂ ਰਾਹੀਂ ਐਂਟਰ ਕਰ ਸਕਦੇ ਸੀ ਤੇ ਥੱਲਿਓਂ ਫੌਜਾਂ ਨਿਕਲ ਜਾਂਦੀਆਂ ਸੀ ਅੰਡਰਗਰਾਉਂਡ ਹੋ ਕੇ। ਆਪਾਂ ਕਹੀਏ ਕਿ ਗੁਫਾਵਾਂ ਬਣੀਆਂ ਸੀ ਫੌਜਾਂ ਦੇ ਜਾਣ ਦਾ ਰਸਤਾ, ਜੋ ਕਿਸੇ ਨੂੰ ਬਾਹਰੋਂ ਪਤਾ ਨਹੀਂ ਲੱਗ ਸਕਦਾ ਸੀਗਾ। ਤੇ ਆਓ ਆਪਾਂ ਹੁਣ ਤੁਹਾਨੂੰ ਬਾਕੀ ਜਿਹੜੇ ਦਰਵਾਜ਼ੇ ਆ ਉਹਨਾਂ ਬਾਰੇ ਵੀ ਦਿਖਾਵਾਂਗੇ ਤੇ ਇਸ ਪਿੰਡ ਬਾਰੇ ਹੋਰ ਵੀ ਜਾਣਕਾਰੀ ਦੇਵਾਂਗੇ। ਇਹਨਾਂ ਨੇ ਰੈਨੋਵੇਟ ਕਰ ਲਿਆ ਹੈ ਤੇ ਇਹਨੂੰ ਇੱਕ ਯੂਜ਼ ਆਪਣੇ ਲਿਆਉਣ ਲਈ, ਯੂਜ਼ ਦੇ ਲਈ ਕਮਰਾ ਬਣਾ ਲਿਆ ਹੈ। ਠੀਕ ਹੈ, ਹਾਂਜੀ। ਹੁਣ ਅਸੀਂ ਜਾ ਰਹੇ ਹਾਂ ਦਰਵਾਜ਼ਾ ਸਰਾਈ ਗੇਟ, ਜੋ ਪੁਰਾਣੇ ਟਾਈਮ ਦਾ ਬਣਿਆ ਹੋਇਆ ਵਾ। ਤੁਸੀਂ ਦੇਖ ਰਹੇ ਹੋਵੋਗੇ, ਇਹਨੂੰ ਜਾ ਕੇ ਤੁਹਾਨੂੰ ਦਿਖਾਉਂਦੇ ਆ ਤੇ ਇੱਥੇ ਦਾ ਰਸਤਾ ਵੀ ਤੁਹਾਨੂੰ ਦਿਖਾਵਾਂਗੇ, ਉੱਪਰ ਜਾ ਕੇ ਵੀ ਦਿਖਾਵਾਂਗੇ ਕੀ ਆ ਕਿਸ ਬਾਰੇ। ਤੁਸੀਂ ਦੇਖ ਸਕਦੇ ਆ ਕਿੱਦਾਂ ਕੱਚੀਆਂ ਇੱਟਾਂ ਦਾ ਇਹ ਦਰਵਾਜ਼ਾ ਬਣਿਆ ਹੋਇਆ, ਗੁੰਬਦ ਵੀ ਆ ਉੱਪਰ ਦੇਖੋ, ਬਹੁਤ ਹੀ ਸੋਹਣਾ। ਬਹੁਤ ਪੁਰਾਣੇ ਦਰਵਾਜ਼ੇ ਪਹਿਲਾਂ ਬਾਕੀ ਪਿੰਡਾਂ ਦੇ ਵਿੱਚ ਵੀ ਹੁੰਦੇ ਸਨ। ਮੋਹਤਬਾਰ ਬੰਦੇ ਕੋਲ ਇਸ ਦਰਵਾਜ਼ੇ ਦੀ ਚਾਬੀ ਆ, ਜੋ ਪੂਰੀ ਇਸ ਦੀ ਸੇਵਾ ਸੰਭਾਲ ਕੇਅਰ ਟੇਕ ਕਰਦੇ ਆ। ਉਹਨਾਂ ਕੋਲੋਂ ਅਸੀਂ ਹੁਣ ਚਾਬੀ ਲੈ ਲਈ ਆ ਤੇ ਅੰਦਰ ਜਾ ਕੇ ਦੇਖਾਂਗੇ ਦਰਵਾਜ਼ਾ। ਚਾਬੀ ਮੈਂ ਫਿਰ ਨਾ ਇਹ ਦੇਖੋ ਜੀ, ਪੁਰਾਣੇ ਟਾਈਮ ਦਾ ਗੇਟ ਬਣਿਆ ਹੋਇਆ ਵਾ, ਕਾਫੀ ਡੂੰਘਾ, 10-15 ਫੁੱਟ ਹੋਣਾ ਵਾ। ਤੁਸੀਂ ਇਹ ਦੇਖੋ ਕਿ 15 ਫੁੱਟ ਨੀਵਾਂ ਹੋ ਚੁੱਕਾ ਵਾ ਤੇ ਇਸ ਤੋਂ ਪਹਿਲਾਂ ਇਹ ਲੈਵਲ ਦੇ ਬਰਾਬਰ ਸੀ। ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ ਥੱਲੇੋਂ, ਕਾਫੀ ਡੂੰਘਾ ਵਾ, ਨੀਵਾਂ ਵਾ, ਰੋਸ਼ਨੀ ਹੈਗੀ ਆ। ਦੇਖੋ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਵਾ, ਠੰਡਕ ਇੰਨੀ ਆ ਕਿ ਏਸੀ ਨੂੰ ਵੀ ਮਾਤ ਦੇ ਰਹੀ ਆ। ਰੋਸ਼ਨੀ ਦੇਖੋ ਆ ਰਹੀ ਹੈ, ਬਣਾਉਣ ਦੀ
ਤਰਕੀਬ ਦੇਖੋ ਕਿੰਨੀ ਵਧੀਆ ਸੀ ਕਿ ਜੇ ਹਨੇਰਾ ਵੀ ਹੋਵੇ ਤਾਂ ਉੱਥੋਂ ਸੂਰਜ ਦੀ ਰੋਸ਼ਨੀ ਸਿੱਧੀ ਇੱਧਰ ਨੂੰ ਆ ਜਾਵੇ, ਕਿ ਕੋਈ ਲਾਈਟ ਤਾਂ ਉਦੋਂ ਹੁੰਦੀ ਨਹੀਂ ਸੀ। ਸੂਰਜ ਦੀ ਮਤਲਬ ਇਸ ਤਰ੍ਹਾਂ ਇੱਥੇ ਆਰਕੀਟੈਕਚਰ ਤਿਆਰ ਕੀਤਾ ਗਿਆ ਸੀ ਕਿ ਸੂਰਜ ਦੀ ਰੋਸ਼ਨੀ ਵੀ ਸਿੱਧੀ ਦਰਵਾਜ਼ੇ ਰਾਹੀਂ ਕਮਰੇ ਦੇ ਅੰਦਰ ਆ ਜਾਵੇ। ਦੇਖੋ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ, ਸਾਰੀਆਂ ਪੁਰਾਣੀਆਂ ਇੱਟਾਂ ਪੁਰਾਤਤਵ ਵਿਭਾਗ ਨੇ ਸੰਭਾਲਿਆ ਹੋਇਆ ਵਾ, ਤੇ ਇੱਕ ਕੇਅਰ ਟੇਕਰ ਇੱਥੇ ਅਪੁਆਇੰਟ ਕੀਤਾ ਹੋਇਆ ਜਿਨ੍ਹਾਂ ਕੋਲ ਇਸ ਦੀ ਚਾਬੀ ਹੁੰਦੀ ਆ। ਦਰਵਾਜ਼ੇ ਆ, ਬਣਾਇਆ ਬਹੁਤ ਵਧੀਆ ਹੋਇਆ ਵਾ। ਮਤਲਬ ਦੇਖੋ ਪੁਰਾਣੇ ਟਾਈਮ ਦੇ ਵਿੱਚ ਵੀ ਆਰਕੀਟੈਕਚਰ ਕਿੰਨਾ ਵਧੀਆ ਹੁੰਦਾ ਸੀ। ਇਹ ਪਿੰਡ ਦੇ ਦੂਜੇ ਪਾਸੇ ਆਪਾਂ ਨਿਕਲ ਗਏ, ਇੱਧਰ ਘਰ ਆ। ਬਣਾਉਣ ਵਾਲੇ ਆਰਕੀਟੈਕਚਰ ਨੇ ਵੀ ਬਹੁਤ ਵਧੀਆ ਬਣਾਇਆ ਹੋਇਆ ਵਾ। ਮਤਲਬ ਉਦੋਂ ਦੇ ਆਰਕੀਟੈਕਚਰ ਦੇਖੋ ਕਿੰਨੇ ਵਧੀਆ ਹੁੰਦੇ ਸੀ, ਕਿੰਨੇ ਮਾਈਂਡ ਨਾਲ ਮਤਲਬ ਰੋਸ਼ਨੀ ਹਵਾ ਦਾ ਸਾਰਾ ਧਿਆਨ ਰੱਖਦੇ ਸੀਗੇ। ਫਤਿਆਬਾਦ ਪਿੰਡ ਦਾ ਨਾਂ ਜੀ ਫਤਿਆਬਾਦ, ਇਤਿਹਾਸਿਕ ਪਿੰਡ ਆ। ਆਪਾਂ ਹੋਰ ਉੱਪਰ ਚੱਲਦੇ ਹਾਂ ਪੌੜੀਆਂ ਰਾਹੀਂ। ਮਹਿਮੂਦ ਗਜ਼ਨਵੀ ਦੇ ਟਾਈਮ ਦਾ ਹੈ ਜੀ ਇਹ ਬਣਿਆ ਹੋਇਆ। ਸ਼ੇਰ ਸ਼ਾਹ ਸੂਰੀ ਨੇ ਵੀ ਇੱਥੇ ਬਾਅਦ ਵਿੱਚ ਆਣ ਜਾਣ ਰੱਖਿਆ, ਰਾਜ ਕੀਤਾ ਜਦੋਂ। ਤੇ ਆਓ ਹੁਣ ਉੱਪਰ ਆ ਗਏ ਆ। ਦੇਖੋ ਗੁੰਬਦ ਬਣੇ ਹੋਇਆ, ਬਹੁਤ ਹੀ ਅਲਟੀਮੇਟ, ਬਹੁਤ ਸੋਹਣੇ ਗੁੰਬਦ ਬਣੇ ਹੋਏ ਆ। ਮਤਲਬ ਇੱਕ ਸੁੰਦਰਤਾ ਦਾ ਨਮੂਨਾ। ਕਬੂਤਰ ਉੜੇ ਆ। ਮਤਲਬ ਆਪਣੇ ਆਪ 'ਚ ਇਹ ਦਰਵਾਜ਼ਾ ਬੋਲ ਕੇ ਆਪਣੀ ਖੂਬਸੂਰਤੀ ਬਿਆਨ ਕਰ ਰਿਹਾ ਹੈ। ਇੱਦਾਂ ਦੇ ਹੀ ਕਈ ਪਿੰਡਾਂ ਦੇ ਵਿੱਚ ਬਣੇ ਹੋਏ ਹਨ ਜੋ ਸਾਨੂੰ ਕਿਤੇ ਨਾ ਕਿਤੇ ਪੁਰਾਣੇ ਟੱਚ ਨਾਲ ਯਾਦ ਰੱਖਦੇ ਹਨ, ਤਾਜ਼ਾ ਰੱਖਦੇ ਹਨ। ਹਾਂਜੀ, ਇਹ ਪੂਰਾ ਬਣਿਆ ਹੋਇਆ ਸੀ, ਟੁੱਟ ਵੀ ਚੁੱਕਾ ਹੈ। ਫਿਰ ਇਹਨਾਂ ਨੇ ਸੈਂਟਰ ਗੌਰਮੈਂਟ, ਕੇਂਦਰ ਸਰਕਾਰ ਦਾ ਜੋ ਪੁਰਾਤਤਵ ਵਿਭਾਗ ਹੁੰਦਾ, ਉਹਨਾਂ ਨੇ ਇਸ ਵੱਲ ਧਿਆਨ ਦਿੱਤਾ ਤੇ ਇਸ ਧਰੋਹਰ, ਪੰਜਾਬ ਦੀ ਧਰੋਹਰ, ਭਾਰਤ ਦੀ ਧਰੋਹਰ ਨੂੰ ਸੰਭਾਲ ਕੇ ਰੱਖਿਆ। ਪੰਜਾਬ ਸਰਕਾਰ ਦੀ ਜ਼ਰੂਰਤ ਚਾਹੀਦੀ ਆ, ਜੋ ਉਹਨਾਂ ਨੂੰ ਕਰਨਾ ਚਾਹੀਦਾ। ਇਸ ਤਰ੍ਹਾਂ ਦੀਆਂ ਹੋਰ ਪਿੰਡਾਂ ਦੇ ਵਿੱਚ ਜੋ ਵੀ ਇਤਿਹਾਸਿਕ ਥਾਵਾਂ, ਉਹਨਾਂ ਦੀ ਸੇਵਾ ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ। ਸੋ ਅਸੀਂ ਇਸ ਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਦੇ ਦਿੰਦੇ ਹਾਂ ਕਿ ਇੱਥੋਂ ਵੀ ਇੱਕ ਸੁਰੰਗ ਹੈ ਜੋ ਥੱਲੇ ਜਾਂਦੀ ਹੈ। ਸੁਰੰਗ, ਇੱਥੇ ਸੁਰੰਗਾਂ ਹੈ। ਇਸ ਕਿਲੇ ਤੋਂ ਲੈ ਕੇ ਉਹ ਦੂਰ ਤੱਕ ਤੁਸੀਂ ਰਸਤਾ ਦੇਖਦੇ ਹੋਵੋਗੇ। ਉੱਥੋਂ ਪੂਰਾ ਇੱਕ ਕਿਲਾ ਹੁੰਦਾ ਸੀਗਾ ਕਿ ਜਿਹੜੀ ਪੂਰੀ ਚਾਰ ਦੀਵਾਰੀ ਹੁੰਦੀ ਸੀਗੀ, ਪੂਰੀ ਜਿਹੜਾ ਦੂਜਾ ਦਰਵਾਜ਼ਾ ਉੱਥੇ ਤੱਕ ਪੂਰੀ ਚਾਰ ਦੀਵਾਰੀ ਸੀਗੀ। ਤੇ ਇਹ ਕਿਲੇ ਦੇ ਵਿੱਚ ਵੀ ਸੁਰੰਗਾਂ ਸੀਗੀਆਂ ਜੋ ਇੱਥੋਂ ਰਾਜਾ ਰਾਣੀਆਂ ਦੇ ਨਹਾਉਣ ਲਈ ਜਗ੍ਹਾ ਜਾਂਦੀ ਸੀਗੀ। ਇਹ ਸੁਰੰਗ ਥੱਲਿਓਂ ਇੱਥੋਂ ਜਾ ਰਹੀ ਸੀ ਤੇ ਤੁਸੀਂ ਮੰਨ ਸਕਦੇ ਆ, ਉਹ ਤਕਰੀਬਨ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਦਾ। ਨੈਕਸਟ ਪਿੰਡ ਜਿਹੜਾ ਅਗਲਾ ਪਿੰਡ ਇੱਥੋਂ ਹੈਗਾ ਵਾ, ਉੱਥੇ ਤੱਕ ਸੁਰੰਗ ਜਾਂਦੀ ਸੀ। ਉੱਥੇ ਇੱਕ ਤਲਾਬ ਆ ਜਿੱਥੇ ਰਾਜੇ ਰਾਣੀਆਂ ਅੰਡਰਗਰਾਊਂਡ ਨਹਾਉਣ ਜਾਂਦੇ ਸੀਗੇ। ਠੀਕ ਹੈ ਜੀ, ਉਹਨਾਂ ਦੇ ਨਹਾਉਣ ਲਈ ਇੱਕ ਜਗ੍ਹਾ ਬਣਾਈ ਹੋਈ ਸੀਗੀ ਤੇ ਇੱਥੋਂ ਸੁਰੰਗ ਜਾਂਦੀ ਸੀ। ਇਹਨਾਂ ਨੇ ਫਿਰ ਵੀ ਕੁਝ ਸੁਰੰਗ ਦੀ ਰਿਪੇਅਰ ਕਰਕੇ ਉਹਨੂੰ ਜਾ ਕੇ ਦੇਖਿਆ। ਇਸ ਘਰ ਦੇ ਤੱਕ ਥੋੜ੍ਹਾ ਜਿਹਾ ਅੱਧ ਤੱਕ ਤੁਸੀਂ ਮੰਨ ਸਕਦੇ ਆ ਕਿ ਸੁਰੰਗ ਇਹਨਾਂ ਨੇ ਜਾ ਕੇ ਦੇਖਿਆ। ਬਾਕੀ ਸੁਰੰਗ ਤਾਂ ਅੰਦਰੋਂ ਬੰਦ ਹੋ ਚੁੱਕੀ ਹੈ। ਜਿੰਨੀ ਕਿ ਇਹਨਾਂ ਨੇ ਸਫਾਈ ਕਰਾ ਕੇ ਉਸਨੂੰ ਸੰਭਾਲਿਆ ਹੈ, ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਤੋ ਇਸੇ ਤਰ੍ਹਾਂ ਹੀ ਹੋਰ ਪਿੰਡਾਂ ਦੇ ਵਿੱਚ ਜਿੱਦਾਂ ਆਪਾਂ ਸੁਰੰਗਾਂ ਦੇਖੀਆਂ ਹਨ, 2-3 ਸੁਰੰਗਾਂ ਹਨ ਤੇ ਇੱਕ ਸੁਰੰਗ ਇੱਥੇ ਆ, 2 ਸੁਰੰਗਾਂ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ। ਜੋ ਅਸੀਂ ਦੱਸ ਰਹੇ ਸੀਗੇ ਕਿ ਫਤਿਆਬਾਦ ਦਾ ਦੂਜਾ ਦਰਵਾਜ਼ਾ, ਇਹ ਹੈ ਫਤਿਆਬਾਦ ਦਾ ਦੂਜਾ ਦਰਵਾਜ਼ਾ। ਜਿਹੜਾ ਪਹਿਲਾ ਦਰਵਾਜ਼ਾ ਦੇਖਿਆ ਸੀ, ਦਰਵਾਜ਼ਾ ਸਰਾਏ ਗੇਟ ਸੀ ਤੇ ਇਹ ਦੂਜਾ ਦਰਵਾਜ਼ਾ। 2 ਦਰਵਾਜ਼ੇ ਸੀ ਜੀ ਫਤਿਆਬਾਦ ਸ਼ਹਿਰ ਦੇ ਐਂਟਰ ਕਰਨ ਦੇ, ਤੇ ਇੱਕ ਦਰਵਾਜ਼ਾ ਅਸੀਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ। ਇਹ ਹੈਗਾ ਦੂਸਰਾ ਦਰਵਾਜ਼ਾ। ਇਹ ਵੀ ਸੇਮ ਉਹੀ ਪੁਰਾਣੀਆਂ ਇੱਟਾਂ ਦੇ ਨਾਲ ਬਣਿਆ ਹੋਇਆ ਦਰਵਾਜ਼ਾ ਹੈ ਤੇ ਪੂਰੀ ਪੁਰਾਣੀ ਦਿੱਖ ਹਜੇ ਵੀ ਇਹ ਨਹੀਂ ਸੰਭਾਲ ਕੇ ਰੱਖੀ ਹੋਈ ਆ। ਤੇ ਪੁਰਾਤਤਵ ਵਿਭਾਗ ਦਾ ਨੇ ਬਹੁਤ ਵਧੀਆ ਇੱਥੇ ਪਿੰਡ ਦੀ ਸੇਵਾ ਕੀਤੀ ਹੈ, ਸੰਭਾਲ ਕੀਤੀ ਹੈ। ਦਰਵਾਜ਼ੇ ਸੇਮ ਉਹੀ ਆਰਕੀਟੈਕਚਰ ਆ, ਉਹੀ ਗੁੰਬਦ ਬਣਿਆ ਹੋਇਆ ਵਾ। ਤੁਸੀਂ ਦੇਖ ਸਕਦੇ ਆ ਕਿੰਨੀ ਠੰਡਕ ਆ, ਸ਼ਾਮ ਆ, ਇੱਥੇ ਆਰਕੀਟੈਕਚਰ ਬਣਿਆ ਹੋਇਆ ਵਾ। ਇਹ ਦਰਵਾਜ਼ਾ ਹੋਵੇਗਾ ਉੱਪਰ ਜਾਣ ਦਾ, ਪਰ ਬੰਦ ਕੀਤਾ ਹੋਇਆ ਟੈਂਪਰੇਰੀ। ਤੇ ਤੁਸੀਂ ਦੇਖ ਸਕਦੇ ਆ ਪੁਰਾਣੀਆਂ ਕੰਧਾਂ ਦਾ ਬਣਿਆ ਹੋਇਆ ਦੂਸਰਾ ਦਰਵਾਜ਼ਾ ਹੈ ਜੀ, ਦਰਵਾਜ਼ਾ ਸਰਾਏ ਗੇਟ। ਤੇ ਇਹ ਦਰਵਾਜ਼ਾ ਦੂਸਰਾ ਹੈ, ਗੁੰਬਦ ਵਾਂਗੂ ਬਣਿਆ ਹੋਇਆ ਵਾ। ਇਹ ਦੂਜਾ ਦਰਵਾਜ਼ਾ ਜੀ ਸੇਮ ਉਹੀ ਆ ਜੀ। ਦੇਖੋ 10-15 ਫੁੱਟ ਥੱਲੇ ਹੋ ਚੁੱਕਾ ਵਾ, 10 ਕੁ ਫੁੱਟ ਥੱਲੇ। ਇਸ ਤੋਂ ਵੀ
7 ਕੁ ਫੁੱਟ ਹੋਰ ਥੱਲੇ ਆ ਤੇ ਭਰਤੀ ਪੈ ਚੁੱਕੇ ਥੱਲੇ ਹੋਰ ਇਸ ਤੋਂ ਜ਼ਿਆਦਾ ਜਗ੍ਹਾ ਵਾ। ਘਰ ਚਲੀਏ, ਚਲ ਜਾਓ ਘਰ। ਆਪਾਂ ਕੋਸ਼ਿਸ਼ ਕਰਦੇ ਆ ਉੱਪਰ ਜਾਣ ਦੀ ਤੇ ਹਨੇਰਾ ਤਾਂ ਬਹੁਤ ਜ਼ਿਆਦਾ ਵਾ ਤੇ ਹੋ ਸਕਦਾ ਭੂਤੀਆ ਗੁਫਾਵਾਂ ਨੇ, ਭੂਤੀਆ ਗੁਫਾਵਾਂ। ਦਰਵਾਜ਼ਾ ਬਣਿਆ ਹੋਇਆ ਦੇਖੋ ਪੁਰਾਣਾ, ਨਹੀਂ ਖਾਣੀ, ਮੈਂ ਮਜ਼ਾਕ ਕਰ ਰਹਾ ਬਹੁਤ ਹੀ ਵਧੀਆ ਇੰਟੀਰੀਅਰ ਆ, ਠੰਡਕ ਪੂਰੀ ਆ ਜੀ। ਇਹ ਦੂਸਰਾ ਦਰਵਾਜ਼ਾ ਵਾ, 2 ਦਰਵਾਜ਼ੇ ਸੀ, ਦਰਵਾਜ਼ਾ ਸਰਾਏ ਗੇਟ ਤੇ ਇਹ ਦੂਸਰਾ ਦਰਵਾਜ਼ਾ। ਦਰਵਾਜ਼ਾ ਸਰਾਏ ਗੇਟ ਆਪਾਂ ਦੇਖ ਕੇ ਆਏ ਆ। ਇਹ ਸੜਕ ਜਾ ਰਹੀ ਹੈ ਜੀ ਉਹੀ। ਸਫਾਈ ਰੱਖੀ ਹੋਈ ਹੈ ਫੇਰ ਵੀ ਦਰਵਾਜ਼ਿਆਂ ਦੀ ਦੇਖੋ ਪੁਰਾਣੀ ਸੰਭਾਲ ਕੇ ਰੱਖੀ ਹੋਈ ਹੈ। ਇੱਧਰ ਦੇਖੋ ਨਿੱਕੀ ਜਿਹੀ ਸੀੜੀ ਹੈ, ਇੱਕ ਜਰੀ ਦੀ ਜਗ੍ਹਾ ਜਾ ਕੇ ਉੱਤੇ ਲੰਘਦੀ ਹੈ। ਫੋਨ ਦੀ ਖਖਰ ਹੈਗੀ ਇੱਕ, ਕੋਈ ਗੱਲ ਨਹੀਂ, ਇੱਕ ਖਖਰ ਹੈਗੀ। ਚਲੋ ਕੋਈ ਗੱਲ ਨਹੀਂ, ਦੇਖਦੇ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉੱਪਰ ਜਾਣ ਦੀ। ਬਹੁਤ ਹੀ ਛੋਟਾ ਰਸਤਾ ਵਾ ਤੇ ਤੁਸੀਂ ਰਸਤਾ ਦੇਖ ਸਕਦੇ ਆ, ਬਹੁਤ ਜ਼ਿਆਦਾ ਛੋਟਾ। ਇੱਕ ਬੰਦਾ ਹੀ ਟੇਢਾ ਹੋ ਕੇ ਲੰਘ ਸਕਦਾ ਵਾ। ਬਹੁਤ ਹੀ ਸਾਈਡ ਲੈ ਕੇ ਹੁਣ ਅਸੀਂ ਉੱਪਰ ਆ ਗਏ। ਉੱਪਰ ਆ ਕੇ ਰਾਹ ਥੋੜਾ ਖੁੱਲਾ ਹੋ ਗਿਆ ਵਾ ਤੇ ਲੋ ਜੀ ਤੁਸੀਂ ਦੇਖ ਸਕਦੇ ਆ ਅਸੀਂ ਪਹੁੰਚ ਗਏ ਦੂਜੇ ਦਰਵਾਜ਼ੇ ਤੇ। ਇਹ ਹੈ ਦੂਜਾ ਦਰਵਾਜ਼ਾ ਜੀ। ਦੇਖੋ ਸੇਮ ਇੰਟੀਰੀਅਰ ਰੱਖਿਆ। ਆਹ ਸਾਹਮਣੇ ਕੰਧ ਤੁਸੀਂ ਦੇਖ ਸਕਦੇ ਆ। ਜੇ ਮੈਂ ਦੂਜੇ ਦਰਵਾਜ਼ੇ ਦੀ ਗੱਲ ਕਰਾਂ, ਜੋ ਇੱਧਰ ਦਰਵਾਜ਼ਾ ਸੀਗਾ ਉਹਦੇ ਸਾਹਮਣੇ ਪਾਸੇ ਵੀ ਸੇਮ ਇਹ ਕੰਧ ਆ। ਤੁਸੀਂ ਕੰਧ ਦੇਖ ਸਕਦੇ ਆ, ਆਪੋਜ਼ਿਟ ਡਾਇਰੈਕਸ਼ਨ ਇਸ ਬਿਲਕੁਲ ਇਸ ਤੇ ਉਲਟ ਜਿਹੜਾ ਦੂਜਾ ਦਰਵਾਜ਼ਾ ਸੀ, ਦਰਵਾਜ਼ਾ ਸਰਾਏ ਗੇਟ, ਸੇਮ ਕੰਧ ਉੱਥੇ ਰੱਖੀ ਹੋਈ ਆ। ਸੇਮ ਇਹੀ ਕੰਧ ਬਣੀ ਹੋਈ ਆ, ਤੁਸੀਂ ਦੇਖ ਸਕਦੇ ਆ। ਗੁੰਬਦ ਇੱਥੇ ਵੀ ਬਣੇ ਹੋਏ ਆ। ਪੌੜੀਆਂ 2 ਪਾਸਿਓਂ ਪੌੜੀਆਂ ਇਹਦੀਆਂ, ਇੱਧਰ ਵੀ ਪੌੜੀਆਂ ਹਨ। ਇਹ ਵੀ ਪੁਰਾਣਾ ਘਰ ਬਣਿਆ ਹੋਇਆ ਹੈ, ਕੁਝ ਪੁਰਾਣੀਆਂ ਇੱਟਾਂ ਦਾ ਘਰ ਤੁਸੀਂ ਦੇਖ ਸਕਦੇ ਆ। ਇਹ ਹੈ ਜੀ ਦੂਸਰਾ ਦਰਵਾਜ਼ਾ, ਫਤਿਆਬਾਦ ਦਾ ਸੈਕਿੰਡ ਐਂਟਰੀ, ਦੂਸਰਾ ਦਰਵਾਜ਼ਾ। ਇੱਕ ਉਸ ਸਾਈਡ ਤੋਂ ਅਸੀਂ ਪਹਿਲਾਂ ਦੇਖ ਰਹੇ ਸੀਗੇ, ਦੂਸਰਾ ਦਰਵਾਜ਼ਾ। ਆਹ ਸੇਮ ਰਾਹ ਜਾਂਦਾ ਜੀ। ਪਹਿਲਾਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ, ਪਹਿਲਾ ਦਰਵਾਜ਼ਾ ਜੇ ਤੁਹਾਨੂੰ ਇੱਥੋਂ ਥੋੜਾ ਜਿਹਾ ਉਹ ਦੇਖੋ, ਆਹ ਪਹਿਲਾ ਦਰਵਾਜ਼ੇ ਦੀ ਤੁਸੀਂ ਕੰਧ ਦੇਖ ਰਹੇ ਹੋਵੋਗੇ, ਸੇਮ ਕੰਧ ਇੱਧਰੋਂ ਬਣੀ ਹੋਈ ਹੈ। ਠੀਕ ਹੈ ਜੀ। ਆਹ ਮੇਨ ਗੇਟ ਫਸਟ ਦਰਵਾਜ਼ਾ, ਦਰਵਾਜ਼ਾ ਸਰਾਏ ਗੇਟ। ਇਸ ਤੋਂ ਬਾਅਦ ਤੁਸੀਂ ਦੇਖੋਗੇ ਆਹ ਸੇਮ ਕੰਧ ਦੂਸਰੇ ਦਰਵਾਜ਼ੇ ਦੀ। ਠੀਕ ਹੈ ਜੀ, ਦਰਵਾਜ਼ਾ ਸਰਾਏ ਗੇਟ ਦਾ ਦੂਸਰਾ। ਸੋ ਇਹ ਅਸੀਂ ਨਾ ਗਲਤ ਪੌੜੀਆਂ ਚੜ੍ਹ ਆਏ ਆ। ਜਿਸ ਪੌੜੀਆਂ ਰਾਹੀਂ ਅਸੀਂ ਆਏ ਸੀ ਉਸੇ ਹੀ ਪੌੜੀਆਂ ਰਾਹੀਂ ਜਾਣਾ ਚਾਹੀਦਾ ਸੀਗਾ, ਪਰ ਅਸੀਂ ਦੂਸਰੀ ਪੌੜੀਆਂ ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ, ਪਰ ਅੱਗੇ ਜਾ ਕੇ ਰਸਤਾ ਬੰਦ ਸੀਗਾ। ਹੁਣ ਅਸੀਂ ਦੂਸਰੀਆਂ ਪੌੜੀਆਂ ਰਾਹੀਂ ਉੱਪਰ ਜਾ ਰਹੇ ਹਾਂ ਤੇ ਜਿੱਥੋਂ ਅਸੀਂ ਪਹਿਲਾਂ ਪੌੜੀਆਂ ਚੜ੍ਹੇ ਸੀ ਉਧਰੋਂ ਹੀ ਸਾਨੂੰ ਉਤਰਨਾ ਪਵੇਗਾ ਰਾਹ। ਇੱਧਰੋਂ ਹੋ ਸਕਦਾ ਪਹਿਲਾਂ ਇੱਥੋਂ ਰਾਹ ਹੋਵੇ ਤੇ ਹੁਣ ਬੰਦ ਕਰ ਦਿੱਤਾ ਹੋਵੇ। ਹੁਣ ਅਸੀਂ ਦੂਜੇ ਪਹਿਲੀਆਂ ਪੌੜੀਆਂ ਰਾਹੀਂ ਹੀ ਜਾਵਾਂਗੇ ਬਾਹਰ ਨੂੰ। ਅਸੀਂ ਹੁਣ ਜਾ ਰਹੇ ਹਾਂ ਕ੍ਰਿਸ਼ਨ ਮੰਦਿਰ। ਫਤਿਆਬਾਦ ਦੇ ਵਿੱਚ ਕ੍ਰਿਸ਼ਨ ਮੰਦਿਰ ਹੈ, ਉਹਨਾਂ ਦੇ ਦਰਸ਼ਨ, ਮੰਦਿਰ ਦੇ ਦਰਸ਼ਨ ਕਰਨ ਜਾ ਰਹੇ ਹਾਂ। ਤੇ ਕ੍ਰਿਸ਼ਨ ਮੰਦਿਰ ਦੇ ਰਸਤੇ ਰਾਹੀਂ ਹੁਣ ਪਿੰਡਾਂ ਦੇ ਵਿੱਚੋਂ ਗਲੀਆਂ ਵਿੱਚੋਂ ਹੋ ਕੇ ਅਸੀਂ ਕ੍ਰਿਸ਼ਨ ਮੰਦਿਰ ਵੱਲ ਜਾ ਰਹੇ ਹਾਂ। ये कृष्णा मंदिर है जो फतेहाबाद का सबसे पुराना मंदिर है। ये करीब 700-800 साल पुराना मंदिर है। यहाँ संत हुए हैं बड़ों, तो उनकी समाधि बनी हुई है। उन्होंने कम से कम 250-300 साल तपस्या की है। ये तपस्थली उनकी है। इस जगह बैठ करके उन्होंने तपस्या की है। उनके 5 शिष्य हुए हैं, 5 शिष्यों ने यहाँ पर तपस्या की है। उनकी सभी की समाधि यहीं पर बनी हुई है। ਹਾਂਜੀ, ਇੱਥੇ ਹੀ ਸਾਡਾ ਇਹ ਵਲੌਗ ਖਤਮ ਹੁੰਦਾ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਅਗਲੀ ਵੀਡੀਓ